ਅੱਜ ਤੁਹਾਨੂੰ ਪੰਜਾਬ ਦੀ ਇੱਕ ਧੀ ਗਗਨਦੀਪ ਕੌਰ ਹੋਣਾ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪਾਇਲਟ ਬਣ ਕੇ ਪੰਜਾਬ ਅਤੇ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਹੈ। ਬੜਾ ਸਮਾਂ ਲੱਗ ਜਾਂਦਾ ਹੈ ਜਿਵੇਂ ਤੁਸੀਂ ਪਾਇਲਟ ਬਣ ਕੇ ਹੁਣ ਪੰਜਾਬ ਦੇ ਵਿੱਚ ਆਏ ਹੋ, ਕਿਹੋ ਜਿਹੀ ਮੂਵਮੈਂਟ ਸੀਗੀ ਇੱਥੇ ਆ ਕੇ? ਪ੍ਰਾਊਡ ਫੀਲ ਕਰਦੇ ਨੇ ਹੁਣ ਸਾਰੇ ਜਾਣੇ ਇੱਥੇ? ਯੈਸ ਆਫ ਕੋਰਸ ਇੱਥੇ ਸਾਰੇ ਜਾਣੇ ਬਹੁਤ ਪ੍ਰਾਊਡ ਆ। ਸੋ ਬਹੁਤ ਵਧੀਆ ਲੱਗਦਾ ਹੈ। ਪਹਿਲੀ ਫਲਾਈਟ ਹੁੰਦੀ ਹੈ ਜਿਹੜੀ ਤੁਸੀਂ ਐਕਚੁਅਲ ਪਲੇਨ ਦੇ ਵਿੱਚ ਜੈਟ ਦੇ ਵਿੱਚ ਕਰਦੇ ਆ, ਉਹ ਪੈਸੇਂਜਰਸ ਦੇ ਨਾਲ ਹੁੰਦੀ ਆ। ਸੋ ਜਿਹੜੀ ਪਹਿਲੀ ਵਾਰੀ ਲੈਂਡ ਕਰਨਾ ਉਦੋਂ ਵੀ ਤੁਹਾਡੇ ਪਿੱਛੇ ਸਾਰੇ ਪੈਸੇਂਜਰਸ ਬੈਠੇ ਹੁੰਦੇ। ਸੋ ਆਈ ਰਿਮੈਂਬਰ ਉਹ ਕਾਫੀ ਜ਼ਿਆਦਾ ਸਕੇਰੀ ਸੀਗਾ। ਆਈ ਥਿੰਕ ਨਰਵਸ ਉਹ ਪੁਆਇੰਟ ਤੱਕ ਹੁੰਦਾ ਜਿਸ ਪੁਆਇੰਟ ਤੱਕ ਉਹ ਸ਼ੁਰੂ ਨਹੀਂ ਹੁੰਦੀ ਫਲਾਈਟ। ਇੱਕ ਵਾਰੀ ਜਦੋਂ ਸ਼ੁਰੂ ਹੋ ਗਈ ਫਿਰ ਉਹ ਜੋਸ਼ ਜਿਹਾ ਆ ਜਾਂਦਾ ਬੰਦੇ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਪੁੱਛੂੰਗਾ ਕਿ ਕੰਬੀਨੇਸ਼ਨ ਕਿਵੇਂ, ਇੱਕ ਪਾਇਲਟ ਔਰ ਇੱਕ ਡਾਕਟਰ? ਸਾਰੇ ਕਹਿੰਦੇ ਸੀ ਮੈਂ ਗੱਡੀ ਲੈਣੀ, ਕੁਛ ਲੈਣਾ। ਮੈਨੂੰ ਪੁੱਛਦੇ ਤੂੰ ਕੀ ਲੈਣਾ? ਮੈਂ ਕਹਿੰਦਾ ਮੈਂ ਨਾ 2 ਸੀਟਰ ਜਹਾਜ਼ ਲੈਣਾ। ਅੱਛਾ। ਤੇ ਉਹ ਜਹਾਜ਼ 'ਚ ਇੱਕ ਪਾਸੇ ਮੈਂ ਬੈਠੂੰਗਾ ਤੇ ਇੱਕ ਮੇਰੀ ਵਾਈਫ ਬੈਠੂਗੀ। ਵਾਈਫ ਤਾਂ ਪਾਇਲਟ ਮਿਲ ਗਏ, ਹੁਣ ਜਿਹੜਾ ਸੁਪਨਾ ਦੇਖਿਆ ਸੀਗਾ ਛੋਟੇ ਹੁੰਦਿਆਂ 2 ਸੀਟਰ ਵਾਲਾ, ਉਹ ਪੂਰਾ ਹੋਇਆ ਜੇ ਕਿ ਨਹੀਂ? ਨਹੀਂ, ਫਿਲਹਾਲ ਤਾਂ ਨਹੀਂ ਹੋਇਆ। ਇਹਨਾਂ ਦਾ ਸੁਪਨਾ ਕੁਛ ਹੋਰ ਹੈ। ਇਹ ਕਹਿੰਦੇ ਕਿ ਮੈਂ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਜਹਾਜ਼ ਦੇ ਮਗਰ ਬਿਠਾ ਕੇ ਇੱਥੋਂ ਦਿੱਲੀੋਂ ਅਮਰੀਕਾ ਲੈ ਕੇ ਜਾਵਾਂ। ਇਹ ਇਹਨਾਂ ਦਾ ਸਭ ਤੋਂ ਵੱਡਾ ਤੇ ਓਨਲੀ ਸੁਪਨਾ ਆ। ਅੱਜ ਤੁਹਾਨੂੰ ਪੰਜਾਬ ਦੀ ਇੱਕ ਧੀ ਗਗਨਦੀਪ ਕੌਰ ਹੋਣਾ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪਾਇਲਟ ਬਣ ਕੇ ਪੰਜਾਬ ਅਤੇ ਆਪਣੀ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਹੈ। ਮਹਿਜ 23 ਸਾਲ ਦੀ ਉਮਰ ਦੇ ਵਿੱਚ ਗਗਨਦੀਪ ਕੌਰ ਹੋਣਾ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਔਰ ਪਾਇਲਟ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਵਿੱਚ ਆਏ ਆ। ਇਸ ਵੇਲੇ ਅਸੀਂ ਪੂਰੀ ਫੈਮਿਲੀ ਦੇ ਨਾਲ ਮੌਜੂਦ ਹੈਗੇ ਆ। ਗਗਨਦੀਪ ਕੌਰ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਹਸਬੈਂਡ ਗੁਰਜੋਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਔਰ ਸਾਰੀ ਫੈਮਿਲੀ ਮੌਜੂਦ ਹੈਗੀ ਆ। ਸਾਰੀ ਗੱਲਬਾਤ ਕਰਦੇ ਆ ਔਰ ਕਿਵੇਂ ਜਰਨੀ ਜਿਹੜੀ ਹੈ ਸਾਰੀ ਸ਼ੁਰੂ ਹੁੰਦੀ ਹੈ। ਗੁਰਜੋਤ, ਸਭ ਤੋਂ ਪਹਿਲਾਂ ਤਾਂ ਸਵਾਗਤ ਜਗਬਾਣੀ ਟੀਵੀ ਤੇ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਸਭ ਤੋਂ ਪਹਿਲਾ ਸਵਾਲ ਇਹੀ ਕਿ ਪਾਇਲਟ ਬਣਨ ਦਾ ਸੁਪਨਾ ਕਦੋਂ ਦੇਖਿਆ ਔਰ ਜਰਨੀ ਕਦੋਂ ਸ਼ੁਰੂ ਹੋਈ ਔਰ ਕਿਹੋ ਜਿਹਾ ਰਿਹਾ ਸਫ਼ਰ ਸਾਰਾ? ਜੇ ਜਰਨੀ ਦੀ ਗੱਲ ਕਰੀਏ, ਜਰਨੀ ਤਾਂ ਕਾਫੀ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਮੈਂ ਆਈ ਥਿੰਕ 10 ਕੁ ਸਾਲ ਦੀ ਸੀਗੀ, ਉਦੋਂ ਇੱਕ ਫਲਾਈਟ ਆਪਾਂ ਲਈ ਸੀਗੀ ਅਮਰੀਕਾ ਤੋਂ ਪੰਜਾਬ ਦੀ ਸੀਗੀ। ਐਂਡ ਮੈਨੂੰ ਯਾਦ ਆ ਉਸ ਦਿਨ ਉਹ ਮੇਰੀ ਨਾ ਉਹ ਨਿਗਾਹ ਉੱਤੇ ਫਲਾਈਟ ਕਰੂ 'ਤੇ ਪਈ ਸੀ। ਐਂਡ ਉਹ ਸਾਰੀ ਨਾ ਫੁੱਲ ਫੀਮੇਲ ਕਰੂ ਸੀਗਾ। ਤਾਂ ਉਸ ਦਿਨ ਨਾ ਉਹ ਜਿੱਦਾਂ ਸਪਾਰਕ ਜਿਹੀ ਇੱਕ ਉਹ ਮਨ ਦੇ ਵਿੱਚ ਸੀਗੀ ਕਿ ਲਾਈਕ ਮੈਂ ਇੱਕ ਵਾਓ ਸੀਗਾ ਕਿ ਵਾਓ ਲਾਈਕ ਫੁੱਲ ਫੀਮੇਲ ਕਰੂ। ਫਿਰ ਉਦੋਂ ਤੋਂ ਆਈ ਥਿੰਕ ਥੋੜ੍ਹੀ ਜਿਹੀ ਉਹ ਚਾਹ ਜਿਹੜੀ ਸੀਗੀ, ਕਿਉਂਕਿ ਪਹਿਲਾਂ ਸਾਰੇ ਪਾਇਲਟਸ ਜਿਹੜੇ ਦੇਖਦੇ ਹੁੰਦੇ ਸੀ ਜਾਂ ਉਹ ਜਿਹੜੀ ਵੀ ਇੱਦਾਂ ਉਹ ਜ਼ਿਆਦਾ ਮੇਲ ਹੁੰਦੇ ਸੀਗੇ। ਤਾਂ ਉਸ ਤੋਂ ਬਾਅਦ ਫਿਰ ਇੱਦਾਂ ਥੋੜ੍ਹਾ ਫੀਲ ਹੋਇਆ ਕਿ ਹਾਂ ਫੀਮੇਲਸ ਵੀ ਕਰ ਸਕਦੀਆਂ ਆ। ਸੋ ਉਹ ਬਟ ਉਦੋਂ ਅਨਰੀਅਲਿਸਟਿਕ ਜਿਹਾ ਲੱਗਦਾ ਸੀਗਾ ਉਦੋਂ। ਇੱਦਾਂ ਮਤਲਬ ਚਲੋ ਛੋਟੇ ਵੀ ਸੀਗੇ, ਇੱਦਾਂ ਕਦੀ ਵਾਰੀ ਇੱਦਾਂ ਹੁੰਦਾ ਸੀ ਕਿ ਲਾਇਰ ਬਣਨਾ, ਡਾਕਟਰ ਬਣਨਾ, ਕੁਛ ਇੱਦਾਂ ਮਤਲਬ ਬਹੁਤ ਇੱਦਾਂ ਇੱਛਾਵਾਂ ਸੀਗੀਆਂ। ਬਟ ਉਦੋਂ ਮੈਨੂੰ ਯਾਦ ਆ ਉਦੋਂ ਆਈ ਥਿੰਕ ਜਿਹੜੀ ਆ ਪਾਇਲਟ ਦਾ ਸੀਗਾ ਜਾਂ ਏਵੀਏਸ਼ਨ ਦਾ ਜਿਹੜਾ ਸੀਗਾ ਉਹ ਉਦੋਂ ਸਪਾਰਕ ਸ਼ੁਰੂ ਹੋਈ ਸੀ। ਫਿਰ ਕਿਵੇਂ ਜਰਨੀ ਰਹੀ ਔਰ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਇੱਥੇ ਤੱਕ ਪਹੁੰਚਣ ਦੇ ਲਈ? ਜਰਨੀ 2017 ਸਟਾਰਟ ਹੋਈ ਸੀਗੀ। ਤਾਂ ਹੁਣ ਮੈਂ ਰੀਸੈਂਟਲੀ ਮੇਸਾ ਏਅਰਲਾਈਨਸ ਨੂੰ ਜੁਆਇਨ ਕੀਤਾ। ਜਰਨੀ ਲੰਬੀ ਸੀਗੀ, ਡਿਫਿਕਲਟ ਸੀਗੀ, ਬਟ ਵਰਥ ਇਟ ਸੀਗੀ। ਕਾਫੀ ਇੰਟਰਸਟਿੰਗ ਰਹੀ ਆ। ਸਟਰੈਸਫੁਲ ਵੀ ਹੁੰਦੀ ਆ, ਈਜ਼ੀ ਵੀ ਆ, ਜੋਬ ਈਜ਼ੀ ਆ, ਟ੍ਰੇਨਿੰਗ ਬਹੁਤ ਡਿਫਿਕਲਟ ਆ। ਸੋ ਸਟਰੈਸਫੁਲ ਵੀ ਰਹੀ ਆ, ਬਟ ਹੁਣ ਜਿੱਦਾਂ ਇਸ ਮੁਕਾਮ 'ਤੇ ਪਹੁੰਚ ਕੇ ਹੁਣ ਇੱਦਾਂ ਲੱਗਦਾ ਕਿ ਚਲੋ ਹੁਣ ਥੋੜ੍ਹਾ ਰਿਲੈਕਸ ਹੁੰਦਾ। ਅੱਛਾ, ਕੋਈ ਵੀ ਮੁਕਾਮ ਹੋਵੇ ਜਦੋਂ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਤਾਂ ਪਹਿਲਾ ਦਿਨ ਬੜਾ ਵਧੀਆ ਹੁੰਦਾ, ਮਹੱਤਵਪੂਰਨ ਹੁੰਦਾ, ਜਿਹੜਾ ਮੈਨੂੰ ਲੱਗਦਾ ਕਿ ਸਾਰੀ ਉਮਰ ਦੇ ਲਈ ਰਿਮੈਂਬਰ ਰਹਿ ਜਾਂਦਾ ਹੈ ਨਾ। ਜਦੋਂ ਤੁਸੀਂ ਫਿਰ ਵੱਡੀ ਫਲਾਈਟ ਪਹਿਲੀ ਵਾਰੀ ਚਲਾਈ ਹੋਊਗੀ, ਕੀ ਜ਼ਿਹਨ 'ਚ ਸੀਗਾ ਔਰ ਕਿਹੋ ਜਿਹਾ ਮਾਹੌਲ ਸੀਗਾ ਉਸ ਦਿਨ? ਉਸ ਦਿਨ ਐਕਚੁਅਲੀ ਬਹੁਤ ਨਰਵਸ ਸੀਗੀ। ਸੋ ਜਿੱਦਾਂ ਜਿਹੜੀ ਆਪਾਂ ਸਾਰੀ ਜਦੋਂ ਬਿਗ ਜੈਟਸ ਚਲਾਉਣ ਤੋਂ ਪਹਿਲਾਂ ਸਾਰੀ ਜਿਹੜੀ ਟ੍ਰੇਨਿੰਗ ਹੁੰਦੀ ਆ ਸਾਰੀ ਸਿਮੂਲੇਟਰਸ 'ਚ ਹੁੰਦੀ ਆ। ਸੋ ਇੱਕ ਇੱਦਾਂ ਲਾਈਕ ਰੂਮ ਜਿਹਾ ਸਿਮੂਲੇਟਰ ਬਣਿਆ ਹੁੰਦਾ, ਉਹਦੇ ਵਿੱਚ ਫੁੱਲ ਮੋਸ਼ਨ ਹੁੰਦਾ ਉੱਦਾਂ ਤਾਂ। ਸੋ ਇੱਦਾਂ ਪੂਰਾ ਆਪਾਂ ਇੱਦਾਂ ਮਤਲਬ ਪਲੇਨ ਹੀ ਜਿੱਦਾਂ ਚਲਾਉਂਦੇ ਉੱਦਾਂ ਹੁੰਦਾ, ਬਟ ਕੋਈ ਪੈਸੇਂਜਰਸ ਨਹੀਂ ਹੁੰਦੇ। ਫਿਰ ਆਪਾਂ ਉਹਦੇ ਵਿੱਚ ਸਰਟੀਫਾਈ ਹੁੰਦੇ ਆ। ਤਾਂ ਉਸ ਤੋਂ ਬਾਅਦ ਜਿਹੜੀ ਪਹਿਲੀ ਫਲਾਈਟ ਹੁੰਦੀ ਆ ਜਿਹੜੀ ਤੁਸੀਂ ਐਕਚੁਅਲ ਪਲੇਨ ਦੇ ਵਿੱਚ ਜੈਟ ਦੇ ਵਿੱਚ ਕਰਦੇ ਆ, ਉਹ ਪੈਸੇਂਜਰਸ ਦੇ ਨਾਲ ਹੁੰਦੀ ਆ। ਸੋ ਜਿਹੜੀ ਪਹਿਲੀ ਵਾਰੀ ਲੈਂਡ ਕਰਨਾ ਉਦੋਂ ਵੀ ਤੁਹਾਡੇ ਪਿੱਛੇ ਸਾਰੇ ਪੈਸੇਂਜਰਸ ਬੈਠੇ ਹੁੰਦੇ। ਸੋ ਆਈ ਰਿਮੈਂਬਰ ਉਹ ਕਾਫੀ ਜ਼ਿਆਦਾ ਸਕੇਰੀ ਸੀਗਾ। ਆਈ ਥਿੰਕ ਨਰਵਸ ਉਹ ਪੁਆਇੰਟ ਤੱਕ ਹੁੰਦਾ ਜਿਸ ਪੁਆਇੰਟ ਤੱਕ ਉਹ ਸ਼ੁਰੂ ਨਹੀਂ ਹੁੰਦੀ ਫਲਾਈਟ। ਇੱਕ ਵਾਰੀ ਜਦੋਂ ਸ਼ੁਰੂ ਹੋ ਗਈ ਫਿਰ ਉਹ ਜੋਸ਼ ਜਿਹਾ ਆ ਜਾਂਦਾ ਬੰਦੇ ਦੇ ਵਿੱਚ। ਲਾਈਕ ਉਹੀ ਸੀਗਾ, ਲਾਈਕ ਆਈ ਰਿਮੈਂਬਰ ਕਿ ਜਦੋਂ ਤੱਕ ਉਹ ਮੈਨੂੰ ਇੱਕ ਰਾਤ ਪਹਿਲਾਂ ਪੂਰੀ ਨੀਂਦ ਨਹੀਂ ਆਈ। ਬਟ ਜਦੋਂ ਮੈਨੂੰ ਯਾਦ ਆ ਜਦੋਂ ਮੇਰੀ ਫਲਾਈਟ ਸਟਾਰਟ ਹੋਈ ਆ, ਉਸ ਤੋਂ ਬਾਅਦ ਇਹਦਾ ਇੱਕ ਕੌਨਫੀਡੈਂਸ ਆ ਗਿਆ ਕਿ ਹਾਂ ਮੈਂ ਕਰ ਸਕਦੀ ਹਾਂ।
ਫਿਰ ਉਸ ਤੋਂ ਬਾਅਦ ਤਾਂ ਚਲੋ ਹੁਣ ਤਾਂ ਇਦਾਂ ਹੁਣ 200 ਪਲੱਸ ਫਲਾਈਟਸ ਹੋ ਗਈਆਂ ਆ ਸੋ ਹੁਣ ਤਾਂ ਚਲੋ ਨਾਰਮਲ ਆ ਹੁਣ ਡੇਲੀ ਬੇਸ ਦਾ ਕੰਮ। ਫਿਰ ਇਸ ਤੁਹਾਡੇ ਤਾਂ ਅਮਰੀਕਾ ਦੇ ਵਿੱਚ ਤਾਂ ਬਹੁਤ ਲੋਕ ਐਡਵਾਂਸ ਹੈਗੇ ਨੇ ਜ਼ਿਆਦਾ, ਪਰ ਇੱਥੇ ਲੋਕਾਂ ਦੇ ਸੁਪਨੇ ਜਿਹੜੇ ਨੇ ਉਹ ਬੜੇ ਔਖੇ ਪੂਰੇ ਹੁੰਦੇ ਨੇ, ਬੜਾ ਸਮਾਂ ਲੱਗ ਜਾਂਦਾ ਹੈ। ਜਿਵੇਂ ਤੁਸੀਂ ਪਾਇਲਟ ਬਣ ਕੇ ਹੁਣ ਪੰਜਾਬ ਦੇ ਵਿੱਚ ਆਏ ਹੋ, ਕਿਹੋ ਜਿਹੀ ਮੂਵਮੈਂਟ ਸੀਗੀ ਇੱਥੇ ਆ ਕੇ? ਪ੍ਰਾਊਡ ਫੀਲ ਕਰਦੇ ਨੇ ਹੁਣ ਸਾਰੇ ਜਾਣੇ ਇੱਥੇ? ਯੈਸ ਆਫ ਕੋਰਸ ਇੱਥੇ ਸਾਰੇ ਜਾਣੇ ਬਹੁਤ ਪ੍ਰਾਊਡ ਆ, ਸੋ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਇਹ ਖੁਸ਼ੀ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਸਾਰਿਆਂ ਨੂੰ ਦੇ ਪਾਈ ਹਾਂ। ਯਾ ਆਈ ਮੀਨ ਉੱਥੇ ਵੀ ਡੈਫੀਨੇਟਲੀ ਉੱਥੇ ਵੀ ਜਿੱਦਾਂ ਕਿਸੇ ਨੂੰ ਦੱਸਦੇ ਆ ਹਾਲੇ ਤੱਕ ਉੱਥੇ ਵੀ ਇੰਨੀ ਫੀਮੇਲ ਪਾਇਲਟਸ ਨਹੀਂ ਆ, ਸੋ ਉੱਥੇ ਵੀ ਇੱਦਾਂ ਬਹੁਤ ਵਧੀਆ ਫੀਲ ਹੁੰਦਾ, ਬਟ ਇੱਥੇ ਆਣ ਕੇ ਡੈਫੀਨੇਟਲੀ ਇੱਥੇ ਉੱਥੇ ਨਾਲੋਂ ਵੀ ਜ਼ਿਆਦਾ ਡਿਫਿਕਲਟ ਆ ਫੀਮੇਲਸ ਲਈ ਵੀ, ਇੱਥੇ ਮੇਲਸ ਲਈ ਵੀ। ਆਈ ਫੀਲ ਲਾਈਕ ਪਾਇਲਟ ਦਾ ਜਿਹੜਾ ਏਵੀਏਸ਼ਨ ਦਾ ਕਰੀਅਰ ਆ ਕਾਫੀ ਡਿਫਿਕਲਟ ਆ, ਸੋ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੁੰਦਾ। ਅੱਛਾ, ਡਾਕਟਰ ਗੁਰਜੋਤ ਵੀ ਸਾਡੇ ਨਾਲ ਹੈਗੇ ਨੇ। ਅੱਛਾ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਪੁੱਛੂੰਗਾ ਕਿ ਕੰਬੀਨੇਸ਼ਨ ਕਿਵੇਂ ਇੱਕ ਪਾਇਲਟ ਔਰ ਇੱਕ ਡਾਕਟਰ? ਦੇਖੋ ਇੱਦਾਂ ਹੈ ਕਿ ਮੇਰੇ ਬ੍ਰਦਰ ਨੇ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ, ਇਹ ਮੈਨੂੰ ਨਹੀਂ ਚੇਤੇ, ਮੇਰੇ ਪੇਰੈਂਟਸ ਹੀ ਮੈਨੂੰ ਦੱਸਦੇ, ਕਹਿੰਦੇ ਮੈਨੂੰ, ਮੈਂ ਕਹਿੰਦਾ ਹੁੰਦਾ ਸੀਗਾ ਕਿ ਸਾਰੇ ਕਹਿੰਦੇ ਸੀ ਮੈਂ ਗੱਡੀ ਲੈਣੀ, ਕੁਛ ਲੈਣਾ, ਮੈਨੂੰ ਪੁੱਛਦੇ ਤੂੰ ਕੀ ਲੈਣਾ, ਮੈਂ ਕਹਿੰਦਾ ਸੀ ਮੈਂ ਨਾ 2 ਸੀਟਰ ਜਹਾਜ਼ ਲੈਣਾ, ਤੇ ਉਹ ਜਹਾਜ਼ 'ਚ ਇੱਕ ਪਾਸੇ ਮੈਂ ਬੈਠੂੰਗਾ ਤੇ ਇੱਕ ਮੇਰੀ ਵਾਈਫ ਬੈਠੂਗੀ, ਤੇ ਬਾਕੀ 2 ਸੀਟਰ ਹੀ ਚਾਹੀਦਾ, ਤੀਜੀ ਸੀਟ ਨਹੀਂ ਚਾਹੀਦੀ। ਸੋ ਬਚਪਨ 'ਚ ਸੋਚਿਆ ਨਹੀਂ ਹੁੰਦਾ। ਮੈਂ ਜੇ ਤੁਹਾਨੂੰ ਦੱਸਾਂ ਤੇ ਇਹ ਧੁਰੋਂ ਜੋੜੀ ਵਾਲੀ ਗੱਲ ਹੋ ਜਾਂਦੀ ਹੈ। ਮੈਂ ਵਿਸ਼ਵਾਸ ਕਰਦਾ ਵੀ ਸੀ ਪਹਿਲਾਂ ਔਰ ਪ੍ਰਤੱਖ ਦੇਖਿਆ ਵੀ। ਇਹ ਸਾਡੇ ਰਸਤੇ ਕਾਫੀ ਜਗ੍ਹਾ ਕ੍ਰੋਸ ਹੋਏ ਆ। ਇਹ ਭੁੰਗੇ ਹਰਿਆਣੇ ਤੋਂ ਰਹਿਣ ਵਾਲੇ ਆ, ਮੈਂ ਟਾਂਡੇ ਪੜ੍ਹਿਆ ਆ, ਤੇ ਲਾਗੇ ਲਾਗੇ ਆ ਦੋਨੋਂ ਸ਼ਹਿਰ। ਫਿਰ ਇਹਨਾਂ ਦੀ ਜਿਹੜੀ ਫੈਮਿਲੀ ਆ ਉਹ ਸਾਡੇ 7 ਸਾਲ ਤੋਂ ਸਾਡਾ ਹਸਪੀਟਲ ਚੱਲਦਾ, 8 ਸਾਲ ਤੋਂ ਇਹਨਾਂ ਦੀ ਸਾਰੀ ਫੈਮਿਲੀ ਸਾਡੇ ਪੇਸ਼ੈਂਟ ਦੇ ਰੂਪ 'ਚ ਆਉਂਦੀ ਸੀ ਸਾਡੇ ਕੋਲ, ਤੇ ਇਹ ਵੀ ਆਏ ਆ ਕਈ ਵਾਰੀ ਵਿੱਚ, ਤੇ ਇਹਨਾਂ ਨਾਲ ਵੀ ਮੇਰੀ ਵਾਰਤਾਲਾਪ ਹੋਈ ਆ। ਫਿਰ ਕਿਸੇ ਕਾਮਨ ਰਿਸ਼ਤੇਦਾਰਾਂ ਤੋਂ ਸਾਨੂੰ ਇਹ ਪਤਾ ਲੱਗਾ ਕਿ ਹਾਂ ਇਹਨਾਂ ਦਾ ਰਿਸ਼ਤਾ ਕਰਨਾ ਚਾਹੁੰਦੇ ਆ, ਸਾਡੇ ਲਈ, ਮੇਰੇ ਲਈ ਰਿਸ਼ਤਾ ਆਇਆ। ਤੇ ਜਦੋਂ ਮੈਂ ਉਹ ਫੋਟੋ ਦੇਖੀ ਤੇ ਮੈਨੂੰ ਇੱਦਾਂ ਲੱਗਿਆ ਕਿ ਸ਼ਾਇਦ ਇਹੀ ਲੜਕੀ ਬਣੀ ਹੈ, ਫਿਰ ਆਪਾਂ ਇੱਕ ਦੂਜੇ ਲਈ ਬਣੇ ਆ। ਸੋ ਮੈਂ ਇਹਨਾਂ ਨਾਲ ਗੱਲ ਕੀਤੀ, ਆਪਾਂ 5-7 ਵਾਰੀ ਗੱਲ ਕੀਤੀ, ਔਰ ਸਾਡੇ ਵਿਚਾਰ ਬਹੁਤ ਰਲਦੇ ਸੀ। ਇੱਕ ਜਿਹੜੀ ਚੀਜ਼ ਮੈਨੂੰ ਬੜੀ ਟੱਚ ਕੀਤੀ ਉਹ ਇਹ ਸੀਗੀ, ਆਪ ਵੀ ਦੱਸਦੇ ਹੁੰਦੇ ਆ ਕਿ ਇਹਨਾਂ ਦੀ ਇੱਕੋ ਹੀ ਕੰਡੀਸ਼ਨ ਸੀ ਕਿ ਮੈਨੂੰ ਸਾਬਤ ਸੂਰਤ ਬੰਦਾ ਚਾਹੀਦਾ ਹੈ, ਜਿਹੜਾ ਪੱਗ ਬੰਨ੍ਹਦਾ ਹੋਵੇ, ਦਾੜੀ ਰੱਖੀ ਹੋਵੇ ਪ੍ਰੋਪਰ, ਤੇ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ ਵਾਲਾ। ਤੇ ਮੈਂ ਵਡਭਾਗਾ ਸਮਝਦਾ ਹਾਂ ਕਿ ਜੇ ਇੱਦਾਂ ਦੀ ਮੈਨੂੰ ਵਾਈਫ ਮਿਲੀ ਹੈ ਜਿਹੜੀ ਮੈਨੂੰ ਇਸ ਚੀਜ਼ 'ਚ ਅੰਡਰਸਟੈਂਡ ਕਰਦੀ ਹੈ। ਤੇ ਮੈਨੂੰ ਲੱਗਦਾ ਕਿ ਹੋਰ ਹਰ ਜ਼ਿੰਦਗੀ ਦੇ ਪੱਖ ਤੇ ਸਾਡੀ ਜਿਹੜੀ ਇੱਕ ਦੂਜੇ ਨਾਲ ਵਿਚਾਰਧਾਰਾ ਉਹ ਮਿਲਦੀ ਹੈ, ਤੇ ਇਹ ਸਭ ਤੋਂ ਵੱਡੀ ਚੀਜ਼ ਹੈ। ਇਹ ਸਭ ਤੋਂ ਵੱਡੀ ਹੈ। ਅੱਛਾ ਜਸ਼ਨ, ਮੈਂ ਇਹੀ ਸਵਾਲ ਕਰਨਾ ਸੀ, ਜਿਵੇਂ ਗੁਰਜੋਤ ਹੁਣਾਂ ਨੇ ਕਿਹਾ ਕਿ ਜਿਵੇਂ ਤੁਸੀਂ ਇਹ ਕੰਡੀਸ਼ਨ ਸੀਗੀ ਇੱਕ ਹੀ, ਤਾਂ ਜਿਵੇਂ ਤੁਸੀਂ ਤੁਹਾਡੀ ਸਾਰੀ ਸਟੱਡੀ ਵਗੈਰਾ ਅਮਰੀਕਾ ਦੇ ਵਿੱਚ ਹੋਈ, ਉੱਥੇ ਦੇ ਜੰਪਲ ਤੁਸੀਂ, ਫਿਰ ਇੰਨੀ ਵਧੀਆ ਪੰਜਾਬੀ ਤੁਸੀਂ ਬੋਲਦੇ ਹੋ, ਔਰ ਇੱਥੇ ਦਾ ਕਲਚਰ ਨਹੀਂ ਛੱਡਿਆ। ਇਹ ਫੈਮਿਲੀ ਦੇ ਵਿੱਚ ਸੀਗਾ ਸਾਰਾ ਮਾਹੌਲ ਉੱਥੇ? ਹਾਂਜੀ, ਉੱਥੇ ਵੀ ਡੈਫੀਨੇਟਲੀ ਸੀਗਾ। ਉੱਥੇ ਵੀ ਜਿੱਦਾਂ ਬੀਜੀ ਪਾਪਾ ਜੀ ਆਉਂਦੇ ਹੁੰਦੇ ਸੀਗੇ ਤਾਂ ਫਿਰ ਉਹਨਾਂ ਦੇ ਨਾਲ ਤਾਂ ਇੰਗਲਿਸ਼ 'ਚ ਨਹੀਂ ਗੱਲ ਕਰੀ ਦੀ ਸੀ ਉਦੋਂ। ਫਿਰ ਮੋਮ ਡੈਡ ਵੀ ਨਹੀਂ ਸਾਡੇ ਨਾਲ ਇੰਗਲਿਸ਼ 'ਚ ਗੱਲ ਕਰਦੇ ਹੁੰਦੇ ਸੀਗੇ, ਉਹਨਾਂ ਨੇ ਵੀ ਸੀਗਾ ਕਿ ਪੰਜਾਬੀ 'ਚ ਗੱਲ ਕਰਨਾ। ਇੱਕ ਜਿਹੜਾ ਸਭ ਤੋਂ ਵੱਡੀ ਚੀਜ਼ ਆ ਉਹ ਇਹ ਸੀਗੀ ਕਿ ਲਾਈਕ ਮੋਮ ਡੈਡ ਉਹਨਾਂ ਨੇ ਸਾਨੂੰ ਬਚਪਨ ਦੇ ਵਿੱਚ ਇੱਧਰ 2 ਸਾਲ ਇੱਥੇ ਪੜ੍ਹਾਇਆ ਸੀਗਾ। ਬਾਬਾ ਮੰਝ ਕੰਗਮਾਈ ਉੱਥੇ ਪੜ੍ਹੀ ਸੀਗੀ ਮੈਂ ਅਤੇ ਮੇਰੇ ਬ੍ਰਦਰ ਐਂਡ ਸਿਸਟਰ। ਆਈ ਥਿੰਕ ਉਹ ਇੱਕ ਬਹੁਤ ਵੱਡੀ, ਉਹ ਜਿੱਦਾਂ ਇੱਕ ਫਾਊਂਡੇਸ਼ਨ ਜਿਹੀ ਬਣ ਗਈ ਸੀਗੀ, ਕਿਉਂਕਿ ਜਿੱਦਾਂ ਜੇ ਮੈਂ ਫਰਸਟ ਲੈਂਗੁਏਜ ਦੀ ਗੱਲ ਕਰਾਂ, ਮੇਰੀ ਪੰਜਾਬੀ ਹੀ ਸੀਗੀ। ਇੱਥੇ ਹੀ ਜਿੱਦਾਂ ਸ਼ੁਰੂਆਤ ਹੋਈ ਆ। ਫਿਰ ਉੱਦਾਂ ਵੀ ਜਿੱਦਾਂ ਆਪਾਂ ਇੱਥੇ ਪਿੰਡ ਮਕੀਮਪੁਰ, ਨਸ਼ਹਿਰੇ ਜਾਂ ਅਰਗੋਵਾਲ, ਗੋਂਦਪੁਰ, ਜਿੱਦਾਂ ਮੇਰੀਆਂ ਮਾਸੀਆਂ, ਮਾਮਾ ਜੀ ਹੁਣੀ ਜਾਂ ਮੇਰੇ ਦਾਦਕੇ, ਉੱਥੇ ਹੀ ਰਹੀਦਾ ਹੁੰਦਾ ਸੀਗਾ। ਲਾਈਕ ਸਮਰਸ ਦੇ ਵਿੱਚ ਜਦੋਂ ਵੀ ਆਈਦਾ ਸੀਗਾ ਉੱਥੇ ਹੀ ਹੋਈਦਾ ਸੀਗਾ। ਸੋ ਆਈ ਥਿੰਕ ਉਹਦੇ ਕਰਕੇ ਵੀ ਜਿੱਦਾਂ ਇੱਥੇ ਦੇ ਕਲਚਰ ਦੇ ਨਾਲ, ਇੱਥੇ ਦੀ ਬੋਲੀ ਦੇ ਨਾਲ ਉਹ ਕਾਫੀ ਜ਼ਿਆਦਾ ਲਾਈਕ ਉਹ ਹੋ ਗਿਆ ਸੀਗਾ ਫੈਮਿਲੀਅਰ। ਅੱਛਾ, ਇੱਕ ਗੱਲ ਬੜੀ ਵਧੀਆ ਗੁਰਜੋਤ ਹੁਣਾਂ ਨੇ ਮੈਨੂੰ ਦੱਸੀ ਕਿ ਤੁਸੀਂ ਹਰ ਸਾਲ ਲੱਗਦਾ ਕਿ 1-2 ਵਾਰ ਆਉਂਦੇ ਹੋ, ਹੈ ਨਾ, ਪੰਜਾਬ ਦੇ ਵਿੱਚ। ਮੈਂ ਦੇਖਦੇ ਹਾਂ ਅਸੀਂ ਕਈ ਵਾਰੀ ਕਿ ਇੱਥੋਂ ਸਾਡੇ ਹੀ ਮੁੰਡੇ ਕੁੜੀਆਂ ਗਏ ਹੁਣ ਤਾਂ 4-4, 5-5 ਸਾਲ ਨਹੀਂ ਮੁੜਦੇ। ਤਾਂ ਇਹ ਕਿਵੇਂ ਸਬੱਬ ਬਣਦਾ? ਕਿਹੜੀ ਚੀਜ਼ ਜ਼ਿਆਦਾ ਤੁਹਾਨੂੰ ਅਟਰੈਕਟ ਕਰਦੀ ਪੰਜਾਬ ਲਈ? ਆਈ ਥਿੰਕ ਸਾਡੀ ਜਿਹੜੀ ਸਭ ਤੋਂ ਵੱਡੀ ਥਿੰਗ ਸੀਗੀ ਕਿ ਜਿੱਥੇ ਆਪਾਂ ਮੂਵ ਹੋਏ ਸੀ ਉੱਥੇ ਬਹੁਤ ਛੋਟਾ ਸ਼ਹਿਰ ਸੀਗਾ। ਸਾਡੀ ਉੱਥੇ ਬਹੁਤ ਜ਼ਿਆਦਾ ਫੈਮਿਲੀ ਨਹੀਂ ਸੀ। ਇੱਕ ਮੇਰੇ ਤਾਇਆ ਜੀ ਦੀ ਫੈਮਿਲੀ ਸੀਗੀ ਤਾਂ ਆਪਾਂ ਸੀਗੇ, ਸੋ ਆਪਾਂ 2 ਫੈਮਲੀਆਂ ਹੀ ਸੀਗੀਆਂ। ਬਾਕੀ ਸਾਰੀ ਫੈਮਿਲੀ ਇੱਥੇ ਸੀਗੀ, ਮੇਰੇ ਚਾਚਾ ਜੀ ਹੁਣੀ, ਮੇਰੇ ਮਾਸੀਆਂ, ਮਾਮਾ ਜੀ ਹੁਣੀ। ਸੋ ਆਈ ਥਿੰਕ ਉਹ ਬਹੁਤ ਵੱਡੀ ਖਿੱਚ ਸੀਗੀ। ਕਜ਼ਨ ਸਾਰੇ ਇੱਥੇ ਸੀਗੇ, ਸਾਰੇ ਬਾਕੀ ਵੀ ਰਿਸ਼ਤੇਦਾਰ ਇੱਥੇ ਸੀਗੇ। ਸੋ ਇੱਕ ਉਹ ਆਈ ਥਿੰਕ ਸਭ ਤੋਂ ਵੱਡੀ ਥਿੰਗ ਸੀਗੀ ਜਿਹੜੀ ਸਾਨੂੰ ਇੱਥੇ ਖਿੱਚ ਕੇ ਲੈ ਕੇ ਆਉਂਦੀ ਸੀਗੀ। ਉੱਥੇ ਆਪਾਂ ਇੱਦਾਂ ਆਪਾਂ ਥੋੜ੍ਹੇ ਬਹੁਤੇ ਇੱਦਾਂ 2-3 ਨਿਆਣੇ ਸੀਗੇ। ਇੱਥੇ ਆਣ ਕੇ ਮੇਰੇ ਸਾਰੇ ਕਜ਼ਨਸ ਦੇ ਨਾਲ ਉਹ ਫਿਰ ਬੌਂਡਿੰਗ ਇੱਥੇ ਬਣ ਗਈ। ਜੋ ਤਾਂ ਵਾਈਫ ਤਾਂ ਪਾਇਲਟ ਮਿਲ ਗਏ, ਹੁਣ ਜਿਹੜਾ ਸੁਪਨਾ ਦੇਖਿਆ ਸੀਗਾ ਛੋਟੇ ਹੁੰਦਿਆਂ 2 ਸੀਟਰ ਵਾਲਾ, ਉਹ ਪੂਰਾ ਹੋਇਆ ਜੇ ਕਿ ਨਹੀਂ?
ਨਹੀਂ ਫਿਲਹਾਲ ਤਾਂ ਨਹੀਂ ਹੋਇਆ। ਮੈਂ ਰੀਸੈਂਟਲੀ US ਗਿਆ 2 ਵਾਰੀ 15 ਕੁ ਦਿਨ ਲਈ, ਤੇ ਇਹ ਫਸਟ ਟਾਈਮ ਵੈਡਿੰਗ ਤੋਂ ਬਾਅਦ ਫਸਟ ਟਾਈਮ ਇੱਥੇ ਆਇਆ 1.5 ਸਾਲ ਬਾਅਦ। ਪਰ ਸਾਡਾ ਪੂਰਾ ਇਰਾਦਾ ਆ ਕਿ ਇਹ ਸੁਪਨੇ ਨੂੰ ਪਹਿਲਾਂ ਪੂਰਾ ਕਰੀਏ। ਇਹ ਤੋਂ ਵੱਡਾ ਸੁਪਨਾ ਜਿਹੜਾ ਦੇਖੋ, ਮੈਂ ਸੋਚਿਆ ਸੈਲਫਿਸ਼ ਆਪਣੇ ਲਈ ਸੋਚਿਆ, ਪਰ ਇਹਨਾਂ ਦਾ ਸੁਪਨਾ ਕੁਛ ਹੋਰ ਆ। ਇਹ ਕਹਿੰਦੇ ਕਿ ਮੈਂ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਜਹਾਜ਼ ਦੇ ਮਗਰ ਬਿਠਾ ਕੇ ਇੱਥੋਂ ਦਿੱਲੀੋਂ ਅਮਰੀਕਾ ਲੈ ਕੇ ਜਾਵਾਂ। ਇਹ ਇਹਨਾਂ ਦਾ ਸਭ ਤੋਂ ਵੱਡਾ ਤੇ ਓਨਲੀ ਸੁਪਨਾ ਆ ਹੁਣ ਦਾ। ਸੋ ਮੈਂ ਕਹਿੰਦਾ ਮੇਰੇ ਤੋਂ ਵੀ ਇੱਕ ਕਦਮ ਅੱਗੇ ਸੋਚਦੇ ਆ ਕਿ ਹਾਂ ਮੈਂ ਸਾਰੇ ਪਰਿਵਾਰ ਨੂੰ ਟਰੈਵਲ ਕਰਾਵਾਂ, ਤੇ ਆਪਾਂ ਉਹ ਸੁਪਨਾ ਪੂਰਾ ਕਰਾਂਗੇ। ਹੁਣ ਸਾਰੇ ਜਣੇ ਇਕੱਠੇ ਜਾਵਾਂਗੇ ਜਦੋਂ। ਭਾਜੀ ਕਿਵੇਂ ਇਹ ਬੇਸਬਰੀ ਦੇ ਨਾਲ ਮੈਨੂੰ ਲੱਗਦਾ ਕਿ ਇਹ ਸੁਪਨੇ ਦਾ ਇੰਤਜ਼ਾਰ ਹੋਊ ਤੁਹਾਨੂੰ ਵੀ? ਬਿਲਕੁਲ ਰਹੇਗਾ ਜੀ। ਕਿਵੇਂ ਪ੍ਰਾਊਡ ਫੀਲ ਹੁੰਦਾ? ਆਂਢੀ ਗੁਆਂਢੀ ਕਹਿੰਦੇ ਨੇ ਕਿ ਬੇਟੀ ਪਾਇਲਟ ਬਣੀ ਹੋਈ ਹੈ। ਬਿਲਕੁਲ ਜੀ, ਬਿਲਕੁਲ। ਬਹੁਤ ਆਪਾਂ ਨੂੰ ਆਪਣੇ ਆਪ ਤੇ ਬਹੁਤ ਮਾਣ ਆਉਂਦਾ ਕਿ ਸਾਡੇ ਕੋਲ ਬੱਚੇ ਜਿਹੜੇ ਹੈਗੇ ਆ ਉਹ ਅੱਛੇ ਹੈਗੇ ਆ, ਵਧੀਆ ਹੈਗੇ ਆ, ਤੇ ਵੈਲ ਐਜੂਕੇਟਡ ਹੈਗੇ ਆ। ਪਤਾ ਜੀ ਕਿਵੇਂ ਤੁਸੀਂ ਕਿਵੇਂ ਫੀਲ ਕਰਦੇ ਹੋ ਇਹ ਸਾਰੀ ਮੂਵਮੈਂਟ ਨੂੰ? ਮੈਂ ਤਾਂ ਬਹੁਤ ਖੁਸ਼ ਹਾਂ। ਮੈਂ ਕਹਿੰਦੀ ਆ ਕਿ ਹੋ ਸਕਦਾ ਇੰਡੀਆ ਦੇ ਵਿੱਚ ਇਦਾਂ ਦੀ ਲੜਕੀ ਸਾਨੂੰ ਨਾ ਮਿਲਦੀ ਜਿੰਨੀ ਇਹ ਨਾਈਸ ਆ। ਬਹੁਤ ਮਤਲਬ ਬਹੁਤ ਪਿਆਰ ਲੈਂਦੀ ਆ, ਤੇ ਉਦਾਂ ਵੀ ਕਦੀ ਮਤਲਬ ਜਿੱਦਾਂ ਪਾਇਲਟ ਆ ਨਾ, ਇਹਨੇ ਇਦਾਂ ਦੀ ਕੋਈ ਇਹਦੇ ਵਿੱਚ ਈਗੋ ਨਹੀਂ ਜੀ। ਮਤਲਬ ਪੂਰੀ ਮੇਰੇ ਨਾਲ ਹੈਲਪ ਮੈਂ ਕਰਦੀ ਹਾਂ। ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਕਿ ਨਾਲੇ ਪਾਇਲਟ ਤੇ ਨਾਲੇ ਘਰੇਲੂ ਪੂਰੀ ਜੀ। ਸਾਰੇ ਕੰਮ ਸਾਰੇ ਆਉਂਦੇ ਆ, ਤੇ ਫਿਰ ਬਹੁਤ ਜ਼ਿਆਦਾ ਸੇਵਾ ਭਾਵਨਾ ਬਹੁਤ ਆ। ਮੈਂ ਕਿਤੇ ਨਾਲ ਜਾਣਾ, ਇਹਨੇ ਪਹਿਲਾਂ ਗੱਡੀ 'ਚ ਉਤਰ ਕੇ ਮੈਂ ਫੜਦੀ ਤੁਹਾਨੂੰ, ਮੈਨੂੰ ਥੋੜੀ ਪ੍ਰੋਬਲਮ ਹੈ ਨਾ, ਮੈਨੂੰ ਅਟੈਕ ਹੋ ਗਿਆ ਸੀ। ਤੇ ਇਹ ਦੇਖ ਲਓ ਵੀ ਪਹਿਲੀ ਵਾਰੀ ਵੀ ਜਦੋਂ ਆਈ ਆ ਨਾ, ਉਦੋਂ ਹੀ ਇਹ ਮੇਰੇ ਮਨ ਨੂੰ ਇੰਨੀ ਮੋ ਗਈ ਆ ਨਾ। ਤੇ ਮੈਂ ਕਹਿੰਦੀ ਆ ਵੀ ਮੈਂ ਬਹੁਤ ਲੱਕੀ ਆਪਣੇ ਆਪ ਨੂੰ ਸਮਝਦੀ, ਮੈਨੂੰ ਇਦਾਂ ਦੀ ਧੀ ਮਿਲ ਗਈ ਹੈ। ਜਿਹੜੀ ਵੱਡੀ ਮੇਰੀ ਹੈ ਉਹ ਵੀ ਬਹੁਤ ਵਧੀਆ ਹੈ, ਦੋਨੇ ਬੇਟੇ ਵੀ ਵਧੀਆ ਆ। ਹੁਣ ਝੂਟਾ ਲੈਣ ਲਈ ਤਿਆਰ ਹੋ ਜਹਾਜ਼ ਦਾ? ਹਾਂਜੀ ਜ਼ਰੂਰ ਜੀ, ਜ਼ਰੂਰ। ਅੱਛਾ ਫਿਰ ਗਗਨ, ਕਦੋਂ ਦੀ ਤਿਆਰੀ ਹੈਗੀ ਹੈ? ਕਦੋਂ ਲੈ ਕੇ ਜਾ ਰਹੇ ਹੋ ਸਾਰੀ ਫੈਮਿਲੀ ਨੂੰ? ਹੋਪਫੁਲੀ ਸੂਨ, ਜਿੱਦਾਂ ਗੁਰਜੋਤ ਨੇ ਕਿਹਾ। ਹੁਣ ਲਾਈਕ ਨੈਕਸਟ ਜਿਹੜਾ ਮੇਰਾ ਡ੍ਰੀਮ ਆ, ਗੋਲ ਆ, ਉਹੀ ਆ। ਸੋ ਹੁਣ ਇਸ ਵੇਲੇ ਤਾਂ ਮੈਂ ਰੀਜਨਲ 에ਅਰਲਾਈਨ ਲਈ ਕੰਮ ਕਰਦੀ ਹਾਂ। ਸੋ ਜਲਦੀ ਹੁਣ ਜਦੋਂ ਐਕਸਪੀਰੀਅੰਸ ਕੰਪਲੀਟ ਹੋਊਗਾ, ਫਿਰ ਮੇਜਰ 에ਅਰਲਾਈਨ ਦੇ ਨਾਲ ਜਦੋਂ ਕੰਮ ਕਰੂੰਗੀ, ਤਾਂ ਫਿਰ ਉਦੋਂ ਇੰਟਰਨੈਸ਼ਨਲ ਫਲਾਈਟਸ ਕਰੂੰਗੀ, ਤਾਂ ਫਿਰ ਹੋਪਫੁਲੀ ਆਪਣੀ ਫੈਮਿਲੀ ਨੂੰ ਉਦੋਂ। ਮੈਨੂੰ ਗੱਲ ਯਾਦ ਆ ਗਈ ਹੈ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਜੇਕਰ ਕੋਈ ਬੱਸ ਤੇ ਕੰਮ ਕਰਦਾ ਤਾਂ ਉਹਨੂੰ ਬੱਸ ਤੇ ਝੂਟੇ ਫ੍ਰੀ ਹੁੰਦੇ, ਜੇ ਕੋਈ ਰੇਲ ਗੱਡੀ ਤੇ ਕੰਮ ਕਰਦਾ ਤਾਂ ਰੇਲ ਗੱਡੀ ਤੇ। ਇਹ ਫਿਰ ਫੈਮਿਲੀ ਲਈ ਹੈ ਫੈਸਿਲਿਟੀ ਇਹੋ ਜਿਹੀ? ਫੈਮਿਲੀ ਲਈ ਡੈਫੀਨੇਟਲੀ ਹੈਗੀ, ਜਿੱਦਾਂ ਸਪਾਊਸ ਲਈ ਹੁੰਦੀ ਆ ਐਂਡ ਪੇਰੈਂਟਸ ਲਈ ਹੁੰਦੀ ਆ। ਸੋ ਯਾ ਇੱਦਾਂ ਮਤਲਬ ਉਹਨਾਂ ਲਈ ਵੀ ਫੈਸਿਲਿਟੀ ਹੈਗੀ। ਐਂਡ ਉਹ ਮੇਨ ਇਹੀ ਆ ਉਹਦਾ ਰੀਜ਼ਨ ਕਿ ਜਿੱਦਾਂ ਹੁਣ ਆਪਾਂ ਟਰੈਵਲ, ਲਾਈਕ ਮੇਰੀ ਜੌਬ ਦੇ ਹਿਸਾਬ ਨਾਲ ਮੈਨੂੰ ਟਰੈਵਲ ਕਾਫੀ ਕਰਨਾ ਪੈਂਦਾ, ਤਾਂ ਫਿਰ ਉਹੀ ਜਿੱਦਾਂ ਥੋੜ੍ਹਾ ਫੈਮਿਲੀ ਨੂੰ ਬੈਨੀਫਿਟਸ ਦਿੰਦੇ, ਫਿਰ ਫੈਮਿਲੀ ਵੀ ਨਾਲ ਜਾ ਸਕਦੀ ਹੈ ਤੁਹਾਡੇ ਨਾਲ ਟ੍ਰਿਪਸ 'ਤੇ। ਸੋ ਇਹਦਾ ਉਹ ਰੀਜ਼ਨ ਆ। ਸੋ ਯੈਸ, ਡੈਫੀਨੇਟਲੀ ਫੈਮਿਲੀ ਨੂੰ ਵੀ ਬੈਨੀਫਿਟਸ ਮਿਲਦੇ ਆ। ਤੇ ਮੈਨੂੰ ਲੱਗਦਾ ਕੰਮ ਸੌਖਾ ਹੋ ਗਿਆ ਅਮਰੀਕਾ ਆਉਣਾ ਜਾਣਾ। ਨਹੀਂ, ਡੈਫੀਨੇਟਲੀ ਇਸ ਚੀਜ਼ ਦਾ ਬਹੁਤ ਫਾਇਦਾ ਆ। ਇਹ ਉਹਨਾਂ ਨੇ ਸੋਚ ਸਮਝ ਕੇ ਬਣਾਈ ਆ ਕਿ ਜਿੱਦਾਂ ਇਹਨਾਂ ਦੀ ਹੁਣ ਮੇਰਾ ਇੱਕ ਪੇਸ਼ਾ ਆ, ਡਾਕਟਰੀ ਪੇਸ਼ਾ ਆ, ਸਾਰਾ ਸੈਟਅਪ ਇੱਧਰ ਆ, ਮੈਨੂੰ ਆਪਣੇ ਮਰੀਜ਼ ਵੀ ਦੇਖਣੇ ਪੈਂਦੇ ਆ। ਸੋ ਮੈਂ ਜੇ ਚਾਹਾਂ, ਮੈਂ ਕਹਾਂ ਕਿ ਮੈਂ ਇਹਨਾਂ ਨੂੰ ਮਿਲਣ ਜਾਣਾ, ਇਹਨਾਂ ਨੇ ਮੈਨੂੰ ਮਿਲਣ ਆਉਣਾ, ਸਾਡੇ ਕੋਲ ਬੈਨੀਫਿਟ ਨਾ ਹੁਣ ਤਾਂ ਆਪਾਂ ਕਰਜ਼ੇ ਥੱਲੇ ਆ ਜਾਈਏ। ਸੋ ਇੱਦਾਂ ਦੀ ਸਿਚੁਏਸ਼ਨ ਆ। ਸੋ ਜਿਹੜੀ ਉਹਨਾਂ ਨੇ ਫੈਸਿਲਿਟੀ ਦਿੱਤੀ ਹੈ ਉਹ ਇਸੇ ਕਰਕੇ ਦਿੱਤੀ ਆ ਕਿ ਤੁਸੀਂ ਇੱਕ ਦੂਜੇ ਨੂੰ ਮਿਲ ਪਾਵੋ, ਕਿਉਂਕਿ ਇਹਨਾਂ ਦਾ ਪ੍ਰੋਫੈਸ਼ਨ ਇੱਦਾਂ ਹੈ ਕਿ ਅੱਜ ਇਹ ਮੰਨ ਲਓ ਕੈਲੀਫੋਰਨੀਆ 'ਚ, ਕੱਲ੍ਹ ਨੂੰ ਟੈਕਸਿਸ 'ਚ, ਅਤੇ ਕੈਲੀਫੋਰਨੀਆ ਤੋਂ ਟੈਕਸਿਸ ਦੇ ਵਿੱਚ ਜਾ ਕੇ ਤੇ ਮਿਲਣਾ ਖਰਚਾ ਬਹੁਤ ਆ। ਸੋ ਇਸੇ ਤਰ੍ਹਾਂ ਕਹਿਣ ਦਾ ਭਾਵ ਕਿ ਬਹੁਤ ਵਧੀਆ ਫੈਸਿਲਿਟੀ ਆ। ਮੈਂ ਜਾਂਦਾ 15 ਕੁ ਦਿਨ ਉੱਥੇ ਲਾਉਣਾ, ਫਿਰ ਮਹੀਨਾ ਇੱਥੇ ਲਾ ਲੈਣਾ, ਫਿਰ 15 ਦਿਨ ਉੱਥੇ ਲਾਉਣਾ, ਤੇ ਇਦਾਂ ਹੀ ਚੱਲ ਰਿਹਾ ਹਾਲੇ। ਤੁਸੀਂ ਮੈਨੂੰ ਲੱਗਦਾ ਜਲੰਧਰ ਤੋਂ ਅੰਮ੍ਰਿਤਸਰ ਬਣਾਇਆ ਹੁਣ? ਲਗਭਗ ਇਦਾਂ ਹੀ ਆ ਜੀ। ਥੋੜਾ ਜਿਹਾ ਟਾਈਮਿੰਗ ਜ਼ਿਆਦਾ 32 ਘੰਟੇ ਲੱਗ ਜਾਂਦੇ, ਕਿਉਂਕਿ ਘੁੰਮ ਫਿਰ ਕੇ ਜਾਣਾ ਪੈਂਦਾ ਥੋੜਾ ਜਿਹਾ। ਉਹਦੀ ਇੱਕ ਡਰਾਬੈਕ ਇਹ ਆ ਕਿ ਜਿਹੜੀ ਸੀਟ ਖਾਲੀ ਆ ਤੁਸੀਂ ਉਹ ਉੱਥੇ ਬਹਿ ਸਕਦੇ ਆ। ਜੇ ਪਲੇਨ ਫੁੱਲ ਆ ਤੇ ਤੁਹਾਨੂੰ ਫਿਰ ਵੇਟ ਕਰਨੀ ਪੈਣੀ ਅਗਲੀ ਫਲਾਈਟ ਦੀ। ਕੋਈ ਇਹੋ ਜਿਹਾ ਨਹੀਂ ਹੈਗਾ ਕਿ ਉੱਥੇ ਅੱਗੇ ਹੀ ਬਿਠਾ ਲੈਣਾ, ਆਪਣੇ ਇੱਥੇ ਤਾਂ ਬਿਠਾ ਲੈਂਦੇ ਇਦਾਂ ਹੀ? ਨਹੀਂ, ਅੱਗੇ ਬਿਠਾਉਣ ਵਾਲੀ ਫੈਸਿਲਿਟੀ ਹੈਗੀ ਆ, ਪਰ ਸਿਰਫ ਇਹਨਾਂ ਲਈ ਆ, ਕਿਉਂਕਿ ਇਹ ਪਾਇਲਟ ਹੈ। ਇਹ ਆਪਣੀ ਡਰੈਸ ਦੇ ਵਿੱਚ ਜੇ ਹੋਣ ਤੇ ਪਾਇਲਟਸ ਦੇ ਨਾਲ ਇੱਕ ਜੰਪ ਸੀਟ ਹੁੰਦੀ ਆ, ਉਹਨੂੰ ਖੋਲ ਕੇ ਉੱਥੇ ਬਹਿ ਸਕਦੇ, ਜਿੱਦਾਂ ਇੰਜਨ ਤੇ ਬਹਿ ਜੀਦਾ ਆਪਾਂ। ਤੇ ਉਹ ਸਾਡੇ ਲਈ ਨਹੀਂ ਆ, ਸਾਨੂੰ ਪਿੱਛੇ ਹੀ ਜਗ੍ਹਾ ਜੇ ਹੈਗੀ ਤੇ ਸਾਨੂੰ ਪਿੱਛੇ ਬਹਿਣਾ ਪੈਂਦਾ। ਅੱਛਾ, ਜਿਵੇਂ ਗਗਨ ਪੰਜਾਬ ਦੇ ਵਿੱਚ ਜੇਕਰ 15-20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਸੁਪਨੇ ਦੇਖਣੇ ਬੜੇ ਔਖੇ ਹੁੰਦੇ ਸੀਗੇ, ਸਪੈਸ਼ਲੀ ਕੁੜੀਆਂ ਦੇ ਲਈ। ਕਿਹਾ ਜਾਂਦਾ ਸੀਗਾ ਕਿ ਨਹੀਂ, ਬਹੁਤ ਔਖਾ ਕੁੜੀਆਂ ਦੇ ਲਈ। ਤੁਸੀਂ ਤਾਂ ਇਹ ਜਰਨੀ ਜਿਹੜੀ ਸੀਗੀ ਉਹ ਸਕਸੈਸਫੁਲ ਆਪਣੀ ਪੂਰੀ ਕੀਤੀ। ਐਜ਼ ਏ ਗਰਲਸ ਤੁਸੀਂ ਕਿੰਨਾ ਕੁ ਟਫ ਮੰਨਦੇ ਹੋ, ਕਿ ਜਾਂ ਸਿਰਫ ਇਹ ਧਾਰਨਾਵਾਂ ਹੀ ਨੇ?
ਨਹੀਂ ਐਕਚੁਅਲੀ ਆਈ ਥਿੰਕ ਟਫ ਤਾਂ ਚਲੋ ਹੋਣਾ ਲਾਈਕ ਫਿਊਚਰ ਆਈ ਥਿੰਕ ਜਦੋਂ ਤੁਸੀਂ ਫੈਮਿਲੀ ਪਲੈਨਿੰਗ ਦੀ ਸੋਚਦੇ ਆ ਆਈ ਥਿੰਕ ਉਦੋਂ ਜਾ ਕੇ ਡੈਫੀਨਿਟਲੀ ਥੋੜਾ ਟਫ ਹੋਣਾ ਐਂਡ ਆਈ ਥਿੰਕ ਉਦੋਂ ਹੀ ਜਿੱਦਾਂ ਫੈਮਿਲੀ ਸਪੋਰਟਿਵ ਆ ਮਮ ਡੈਡ ਇੱਧਰ ਵਾਲੇ ਵੀ ਉੱਥੇ ਵੀ ਫੈਮਿਲੀ ਸਪੋਰਟਿਵ ਹੋਵੇ ਹਸਬੈਂਡ ਸਪੋਰਟਿਵ ਹੋਵੇ ਤਾਂ ਆਈ ਥਿੰਕ ਥੋੜਾ ਈਜ਼ੀਅਰ ਪੈਥ ਬਣ ਜਾਂਦਾ ਬਟ ਆਈ ਥਿੰਕ ਡੈਫੀਨਿਟਲੀ ਸਪੈਸ਼ਲੀ ਜਿੱਦਾਂ ਵੂਮਨ ਪਾਇਲਟ ਮੈਂ ਹੋਰ ਵੀ ਦੇਖਦੀ ਹਾਂ ਜਿਨ੍ਹਾਂ ਨੇ ਫੈਮਲੀਜ਼ ਸਟਾਰਟ ਆਪਣੀਆਂ ਕੀਤੀਆਂ ਆ ਉਹਨਾਂ ਲਈ ਵੀ ਡਿਫਿਕਲਟ ਹੁੰਦਾ ਉਹਨਾਂ ਨੂੰ ਉਹ ਟਾਈਮ ਆਫ ਲੈਂਦੇ ਕਈ ਨਹੀਂ ਚੂਜ਼ ਕਰਦੇ ਟਾਈਮ ਆਫ ਲੈਣਾ ਸੋ ਆਈ ਥਿੰਕ ਹੁੰਦਾ ਡਿਫਿਕਲਟ ਚੈਲੰਜਸ ਹੁੰਦੇ ਆ ਬਟ ਹਰ ਇੱਕ ਜੌਬ ਦੇ ਵਿੱਚ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਤਾਂ ਸੈਕਰੀਫਾਈਸ ਕਰਨਾ ਹੀ ਪੈਂਦਾ ਸੋ ਆਈ ਥਿੰਕ ਜਦੋਂ ਮਤਲਬ ਇਸ ਵੇਲੇ ਤੱਕ ਤਾਂ ਚਲੋ ਬਹੁਤ ਵਧੀਆ ਰਿਹਾ ਆ ਕੋਈ ਇੱਦਾਂ ਮੁਸ਼ਕਿਲ ਨਹੀਂ ਆਈ ਆ ਜਿੱਦਾਂ ਜਿਵੇਂ ਲਾਈਕ ਕੁੜੀ ਹੁਣੇ ਦੇ ਲਾਈਕ ਉਹ ਮਤਲਬ ਇੱਦਾਂ ਨਹੀਂ ਮੁਸ਼ਕਿਲ ਬਟ ਆਈ ਥਿੰਕ ਗਾਂ ਜਦੋਂ ਫਿਊਚਰ ਦੇ ਵਿੱਚ ਮੇਬੀ ਸ਼ਾਇਦ ਥੋੜੀ ਆ ਸਕਦੀ ਆ ਉਹ ਜਦੋਂ ਉਹ ਟਾਈਮ ਆਊਗਾ ਫਿਰ ਦੇਖਾਂਗੇ ਕਿ ਕੀ ਪਲਾਨ ਆ ਯਾਰ ਅੱਛਾ ਇਹ ਇੰਟਰਵਿਊ ਤੋਂ ਬਾਅਦ ਬੜੇ ਸਾਰੇ ਲੋਕ ਦੇਖਣਗੇ ਕਈ ਵਾਰੀ ਮੋਟੀਵੇਟ ਬਹੁਤ ਜ਼ਿਆਦਾ ਹੁੰਦੇ ਨੇ ਮੈਂ ਚਾਹੁੰਦਾ ਕਿ ਅਖੀਰ ਦੇ ਵਿੱਚ ਤੁਸੀਂ ਸਪੈਸ਼ਲੀ ਕੁੜੀਆਂ ਲਈ ਦੱਸੋ ਕਿ ਇੱਕ ਪ੍ਰੋਸੈਸ ਕੀ ਹੁੰਦਾ ਜੇਕਰ ਤੁਸੀਂ ਪਾਇਲਟ ਬਣਨਾ ਚਾਹੁੰਦਾ ਕੋਈ ਜਿਵੇਂ ਤੁਹਾਨੂੰ ਸੱਚ ਦੱਸਾਂ ਮੈਨੂੰ ਇੱਥੇ ਦੇ ਪ੍ਰੋਸੈਸ ਦਾ ਤਾਂ ਬਿਲਕੁਲ ਨਹੀਂ ਪਤਾ ਕਿ ਇੱਥੇ ਕੀ ਪ੍ਰੋਸੈਸ ਆ ਜਿੱਦਾਂ ਮੈਂ US ਦਾ ਡੈਫੀਨਿਟਲੀ ਪ੍ਰੋਸੈਸ ਦੱਸ ਸਕਦੀ ਹਾਂ ਜੇ US ਦੇ ਵਿੱਚ ਤੁਸੀਂ ਜਾ ਕੇ ਤੁਸੀਂ ਫਲਾਈਟ ਸਕੂਲ ਜਾਣਾ ਚਾਹੁੰਦੇ ਦੇਰ ਇਜ਼ ਮਲਟੀਪਲ ਵੇਜ਼ ਆ ਇੱਕ ਤਾਂ ਤੁਸੀਂ ਇੱਕ ਯੂਨੀਵਰਸਿਟੀ ਥਰੂ ਕਰ ਸਕਦੇ ਹੋ ਪਾਰਟ 141 ਫਲਾਈਟ ਸਕੂਲ ਹੋ ਜਾਂਦੇ ਆ ਜਾਂ ਤੁਸੀਂ ਇੱਕ ਇਕੱਲੇ ਜਿਹੜੇ ਟ੍ਰਿਗਰਡ ਹੁੰਦੇ ਆ ਸਿਰਫ ਫਲਾਈਟ ਸਕੂਲ ਤੁਹਾਡੀ ਟ੍ਰੇਨਿੰਗ ਕੰਪਲੀਟ ਕਰਦੇ ਉਹ ਹੁੰਦੇ ਪਾਰਟ 61 ਸੋ ਦੋ ਆਪਸ਼ਨਸ ਆ ਤੁਸੀਂ ਦੋਨੀ ਆਪਸ਼ਨਸ ਦੇ ਵਿੱਚੋਂ ਇੱਕ ਆਪਸ਼ਨ ਚੂਜ਼ ਕਰਕੇ ਤਾਂ ਫਿਰ ਤੁਸੀਂ ਆਪਣੀ ਫਲਾਈਟ ਟ੍ਰੇਨਿੰਗ ਪੂਰੀ ਕਰਕੇ ਫਿਰ ਉਸ ਤੋਂ ਬਾਅਦ ਐਕਸਪੀਰੀਅੰਸ ਬਿਲਡ ਕਰਨਾ ਪੈਂਦਾ ਐਕਸਪੀਰੀਅੰਸ ਬਿਲਡ ਕਰਨਾ ਜਦੋਂ ਉਹ 1500 ਆਵਰਸ ਤੁਹਾਨੂੰ ਚਾਹੀਦੇ ਆ ਉਹ ਤੁਸੀਂ ਕਰ ਸਕਦੇ ਕਿਸੇ ਵੀ ਜਿੱਦਾਂ ਲਾਈਕ ਬਹੁਤ ਇੱਦਾਂ ਛੋਟੀ ਮੋਟੀ ਜੌਬਸ ਹੁੰਦੀ ਜਿੱਦਾਂ ਫਲਾਈਟ ਇੰਸਟਰਕਟ ਕਰਨਾ ਜਾਂ ਕ੍ਰੌਪ ਟੈਸਟਿੰਗ ਜਾਂ ਪੈਰਾਸ਼ੂਟ ਜਿਹੜਾ ਸਕਾਈ ਡਾਈਵਿੰਗ ਆ ਉਹ ਪਲੇਨਸ ਉਹ ਜਿੱਦਾਂ ਹੌਲੀ ਹੌਲੀ ਉਹ ਐਕਸਪੀਰੀਅੰਸ ਬਿਲਡ ਕਰਕੇ ਫਿਰ ਤੁਸੀਂ ਏਅਰਲਾਈਨਸ ਲਈ ਅਪਲਾਈ ਕਰਦੇ ਆ ਤਾਂ ਫਿਰ ਏਅਰਲਾਈਨਸ ਤੁਹਾਡੀ ਇਵੈਲੂਏਟ ਕਰਦੀ ਹੈ ਤਾਂ ਫਿਰ ਤੁਹਾਨੂੰ ਹਾਇਰ ਕਰਦੀ ਆ ਅੱਛਾ ਜਿਵੇਂ ਤੁਸੀਂ ਹੁਣ ਉੱਥੇ ਡੋਮੈਸਟਿਕ ਫਲਾਈਟਸ ਚਲਾਉਂਦੇ ਹੋ ਤਾਂ ਉਸ ਤੋਂ ਬਾਅਦ ਇੰਟਰਨੈਸ਼ਨਲ ਫਲਾਈਟਸ ਨੇ ਹਾਂਜੀ ਜਿੱਦਾਂ ਹੁਣ ਇਸ ਵੇਲੇ ਹਾਲੇ ਉੱਦਾਂ ਵੀ ਮੈਂ ਜਿੱਦਾਂ ਥੋੜ੍ਹੀਆਂ ਬਹੁਤੀਆਂ ਇੰਟਰਨੈਸ਼ਨਲ ਕਰਦੀ ਤਾਂ ਆਈ ਫਲਾਈਟ ਕੈਨੇਡਾ ਵੀ ਜਾਈਦਾ ਮੈਕਸੀਕੋ ਵੀ ਜਿਹੜੇ ਆਲੇ ਦੁਆਲੇ ਦੀ ਕੰਟਰੀਜ਼ ਉੱਥੇ ਜਾਂਦੇ ਆ ਬਟ ਜਿੱਦਾਂ ਹੁਣ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਸੀ ਮੇਜਰ ਏਅਰਲਾਈਨ ਜਿਹੜੀ ਆ ਉਹ ਜ਼ਿਆਦਾ ਇੰਟਰਨੈਸ਼ਨਲ ਫਲਾਈਂਗ 'ਤੇ ਫੋਕਸ ਕਰਦੇ ਉਹ ਜਿੱਦਾਂ ਨੈਕਸਟ ਸਟੈਪ ਆ ਜਿੱਦਾਂ ਹੁਣ ਮੈਂ ਰੀਜਨਲ ਏਅਰਲਾਈਨ 'ਤੇ ਆ ਇਹ ਜਿੱਦਾਂ ਪਹਿਲੀ ਮੇਰੀ ਏਅਰਲਾਈਨ ਆ ਇੱਥੇ ਜਦੋਂ ਮੇਰਾ ਐਕਸਪੀਰੀਅੰਸ ਕੰਪਲੀਟ ਹੋ ਗਿਆ ਫਿਰ ਮੈਂ ਮੇਜਰ ਏਅਰਲਾਈਨ ਦੇ ਨਾਲ ਅਪਲਾਈ ਕਰੂੰਗੀ ਤਾਂ ਉਹਨਾਂ ਨੇ ਜਦੋਂ ਮੈਨੂੰ ਫਿਰ ਜੌਬ ਦਿੱਤੀ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਜਿੱਦਾਂ ਮੋਸਟਲੀ ਫਲਾਈਟਸ ਇੰਟਰਨੈਸ਼ਨਲ ਉਹਨਾਂ ਦੀਆਂ ਹੀ ਹੁੰਦੀਆਂ ਆ ਸੋ ਫਿਰ ਉਹ ਜਿੱਦਾਂ ਜਿਹੜੀ ਕ੍ਰਾਸ ਪੈਸੀਫਿਕ ਜਾਂ ਐਟਲਾਂਟਿਕ ਹੁੰਦੀ ਆ ਉਹ ਉਹਨਾਂ ਦੇ ਨਾਲ ਫਲਾਈਟਸ ਹੁੰਦੀਆਂ ਠੀਕ ਹੈ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਗਗਨਦੀਪ ਕੌਰ ਨੇ ਜਿਨ੍ਹਾਂ ਨੇ ਮਹਿਜ 23 ਸਾਲ ਦੀ ਉਮਰ ਦੇ ਵਿੱਚ ਹੀ ਪਾਇਲਟ ਬਣੇ ਨੇ ਔਰ ਨਾਮ ਜਿਹੜਾ ਉਹ ਰੋਸ਼ਨ ਕੀਤਾ ਤਾਂ ਬੜਾ ਜ਼ਰੂਰੀ ਹੈ ਇਹ ਇੱਕ ਮੋਟੀਵੇਸ਼ਨਲ ਇੰਟਰਵਿਊ ਹੈਗੀ ਆ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਨੇ ਜਾਂ ਬਹੁਤ ਸਾਰੇ ਪੇਰੈਂਟਸ ਹੈਗੇ ਨੇ ਜਿਹੜੇ ਕਈ ਵਾਰ ਅਜਿਹੇ ਸੁਪਨੇ ਦੇਖਣ ਤੋਂ ਪਹਿਲਾਂ ਹੀ ਝਿਜਕ ਜਾਂਦੇ ਨੇ ਕਿ ਸ਼ਾਇਦ ਪਤਾ ਨਹੀਂ ਪੂਰੇ ਹੋਣਗੇ ਜਾਂ ਨਹੀਂ ਹੋਣਗੇ ਪਰ ਜੇਕਰ ਤੁਹਾਡੇ 'ਚ ਹਿੰਮਤ ਜਜ਼ਬਾ ਔਰ ਜਨੂਨ ਹੈ ਤਾਂ ਸਾਰੀਆਂ ਚੀਜ਼ਾਂ ਛੋਟੀਆਂ ਨੇ ਤੁਸੀਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੇ ਹੋ ਕੈਮਰਾਮੈਨ ਸੈਮ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਾਣੀ TV ਜਲੰਧਰ